ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਭਾਣੈ ਆਪਣੈ ਬਹਿ ਪਰਵਾਰ ਸਦਾਇਆ। ਮਤ ਮੈਂ ਪਿਛੈ ਕੋਈ ਰੋਵਸੀ, ਸੋ ਮੈਂ ਮੂਲ ਨਾ ਪਾਇਆ। ਧੰਨ ਧੰਨ ਸਹਿਬੇ ਕਮਾਲ ਵਾਲਿਕੇ ਕੁਲ ਆਲਮ ਰਹਿਬਰ ਏ ਕਾਇਨਾਤ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਅਪਾਰ ਕਿਰਪਾ ਦੇ ਸਦਕਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਪਿਆਰਿਓ, ਬੇਨਤੀ ਕਰਦੇ ਹਾਂ ਜੀ ਕਿ ਜੇ ਸੰਗਤ ਨੂੰ ਇਤਰਾਜ਼ ਨਾ ਹੋਵੇ ਤਾਂ ਕੂਲਰ ਤੁਸੀਂ ਜੇ ਬੰਦ ਕਰ ਦਿਓ, ਕਿਉਂਕਿ ਆਵਾਜ਼ ਥੋੜ੍ਹੀ ਜਿਹੀ ਉਹਦੀ ਆਉਂਦੀ ਹੈ, ਜਿਹਦੇ ਕਰਕੇ ਟਿਕਾ ਜਿਹਾ ਨਹੀਂ ਬਣਦਾ। ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਅਖੀਰਲੇ ਪਲਾਂ ਨੂੰ ਬਾਬਾ ਸੁੰਦਰ ਜੀ ਨੇ ਬੜੀ ਖੂਬਸੂਰਤੀ ਦੇ ਨਾਲ ਕਲਮਬੰਦ ਕੀਤਾ ਆ ਤੇ ਬਾਣੀ ਨੂੰ ਨਾਮ ਦਿੱਤਾ ਆ ਸੱਦ ਦਾ, ਕਿ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆਇਆ। ਉਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਦਾ ਜਿਹੜਾ ਪੜਾਅ ਆ ਉਹ ਕਿੱਥੇ ਖਲੋਤਾ ਆ। ਪਿਛਲੇ 5-6 ਦਿਨਾਂ ਤੋਂ ਆਪਾਂ ਲਗਾਤਾਰ ਵਿਚਾਰ ਕਰਦੇ ਆ ਰਹੇ ਹਾਂ ਕਿ ਕਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇੱਕ ਇੱਕ ਪਲ ਸ਼ਬਦ ਨਾਲ ਜੁੜਿਆ ਹੋਇਆ ਤੇ ਮੌਤ ਦੇ ਸੱਦੇ ਨੂੰ ਸੁਣ ਕੇ ਸਤਿਗੁਰ ਘਬਰਾਏ ਨਹੀਂ ਹੈ ਕਿ ਮੌਤ ਦਾ ਸੱਦਾ ਆ ਗਿਆ, ਸਗੋਂ ਸਤਿਗੁਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਖੁਸ਼ੀ ਮਨਾਈ ਕਿ ਮੈਨੂੰ ਮੇਰੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਹੈ, ਮੈਂ ਖੁਸ਼ੀ ਖੁਸ਼ੀ ਪ੍ਰਮਾਤਮਾ ਦੇ ਘਰ ਵਿੱਚ ਜਾਣਾ ਆ। ਫਿਰ ਸੰਗਤ ਜੀ ਬੇਨਤੀ ਕਰਦੇ ਆ, ਸੱਦਾ ਹਰ ਇੱਕ ਬੰਦੇ ਦੇ ਘਰ ਵਿੱਚ ਪਹੁੰਚਿਆ ਹੋਇਆ ਜੀ। ਸਤਿਗੁਰ ਨੇ ਕਿਹਾ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ। ਬੰਦੇ ਧੀਰ ਇੱਥੇ ਕਿਸੇ ਨੇ ਨਹੀਂ ਰਹਿਣਾ ਆ, ਸਭ ਨੇ ਇੱਥੋਂ ਚਲੇ ਜਾਣਾ ਆ। ਮਸਲਾ ਬਸ ਇਹ ਚੀਜ਼ ਦਾ ਹੈ ਕਿ ਸਤਿਗੁਰ ਨੇ ਜੇ ਇਹ ਗੱਲ ਕਹੀ ਹੈ ਕਿ ਜੀਣਾ ਝੂਠ ਹੈ ਤੇ ਮਰਨਾ ਸੱਚ ਹੈ, ਜੇ ਜਿਉਣਾ ਝੂਠ ਹੈ ਨਾ ਸੰਗਤ ਜੀ, ਪਰ ਸਤਿਗੁਰ ਨੇ ਇਹ ਵੀ ਕਿਹਾ ਕਿ ਜਿਉਣਾ ਕਿੱਦਾਂ ਆ। ਸਾਨੂੰ ਪਤਾ ਤਾਂ ਲੱਗੇ ਕਿ ਜਿਉਣਾ ਕਿੱਦਾਂ ਅਸੀਂ। ਸਾਡੇ ਘਰ ਦੇ ਵਿੱਚ ਮੌਤ ਨੂੰ ਮਖੌਲਾਂ ਵੀ ਕੀਤੀਆਂ ਗਈਆਂ ਤੇ ਸਾਡੇ ਘਰ ਦੇ ਵਿੱਚ ਮੌਤ ਨੂੰ ਆਵਾਜ਼ਾਂ ਵੀ ਮਾਰੀਆਂ ਗਈਆਂ। ਇੱਥੇ ਤਾਂ ਅਸੀਂ ਉਹਨਾਂ ਦਾ ਇਤਿਹਾਸ ਵੀ ਪੜ੍ਹਦੇ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਇਹ ਗੱਲਾਂ ਲਾਗੂ ਕੀਤੀਆਂ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਕਬੀਰ ਮੋहे मरने का चाव है, मरु तो हर के द्वार, मत हर पूछे कौन है परा हमारे बार। सतगुर कहने साडे घर च तां ਇਹ ਚੀਜ਼ਾਂ ਨੇ ਭਾਈ। ਇੱਥੇ ਤਾਂ ਮੌਤ ਨੂੰ ਵੀ ਘੁੱਟ-ਘੁੱਟ ਕੇ ਸੀਨੇ ਨਾਲ ਲਾਇਆ ਗਿਆ, ਭੱਜਿਆ ਨਹੀਂ ਗਿਆ ਮੌਤ ਕੋਲੋਂ। ਇੱਥੇ ਤਾਂ ਉਹਨਾਂ ਦਾ ਇਤਿਹਾਸ ਵੀ ਪੜ੍ਹਦੇ ਆ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਸ਼ਹੀਦੀ ਦਾ ਜਾਮ ਪੀਂਦੇ ਆ, ਜਦੋਂ ਮਾਂ ਕੇ ਰੋਂਦੀ ਹੈ ਕਿ ਮੇਰਾ ਪੁੱਤ ਸਿੱਖ ਨਹੀਂ ਹੈ, ਇਹਨੂੰ ਬਖਸ਼ ਦਿਓ। ਮੌਤ ਨਾਲ ਇੰਨਾ ਪਿਆਰ ਆ ਤੇ ਸਿੱਖ ਇਹ ਤਾਂ ਜ਼ਰੂਰ ਕਹਿੰਦਾ ਆ
कि ये मेरी माँ नहीं है, पर अपने मुख तो ये नहीं कहना कि मैं सिख नहीं हाँ। क्यों? वो कि परमात्मा के भाणे विच रह के मरना गुरु नानक बाबे की गोद मिलती है। सतगुर ने कहा कि भाई जीवन दे विच मरना तो जरूर है, पर मरीए किद्दां, जीवन जीए किद्दां। सतगुर ने सारा कुछ सानू पिछले 5-6 दिनों तो लगातार मालिक जी यही साडी झोली विच बचन पाउंदे आ रहे हैं कि जदों मरन दा समा आवे ना जी, उदों ये ना होवे कि असीं ये कहिए कि साडी हाले तैयारी नहीं है। रोज़ अपना दिन संगत जी इदां बतीत करो, रात नूं सौण लगे ये सोच के सोवो कि शायद ये मेरी आखिरी रात है। ताई बापू ने क्या अपना सोला साहब आप करके सोयो, वो कि सवेरे आप उठना कि 4 ने फड़ के ठाणना कुछ नहीं पता, पर रात नूं सौण लगे अपना सोला साहब आप पढ़ के सोवोगे, गुरु नानक बाबे की गोद मिलेगी। सतगुर ने रोज़ चेते करवा दिता जी, रोज़ सतगुर ने पढ़ा दिता। संबत साहा लिखिया मिलकर पावो तेल, देहो सज्जन आसीसड़ियां जी होवे साहिब सुमेल। घर घर एहो पहुँचा सदड़े नित पवन, सदनहारा सिमरिए नानक से दे अवन। मालिक जी कहने मौत नूं ना भुल्ली। सो आओ अज दी विचार आरंभ करन तो पहला सतगुर जी के चरणों च लगवाई गई हाजरी। दोवें हाथ जोड़ बुलाओ फतेह। आखो जी वाहिगुरु जी का खालसा वाहिगुरु जी की फतेह। बाबा सुंदर जी अज बख्शिश करते हैं जी आरंभता, क्योंकि अज इतिहास भी नाल दी नाल चलना है, रोज़ चलता आ रहा है। बाबा सुंदर जी अज चौथे बंद की आरंभता इत्थों करते हैं कि सतगुर भाणे अपना मेरे मालिक धन श्री गुरु अमरदास पातशाह ने अपने भाणे विच अपनी मर्जी के नाल की कीता जी, बह परिवार सदाया। गुरु अमरदास पातशाह जी ने बाबा सुंदर जी कहने अपने भाणे विच अपनी मर्जी दे विच सारे अपने परिवार नूं नेड़े बिठा लिया, अपने कोल आवाज़ मार ली कि मेरे कोल आ जाओ। संगत जी फिर मैं बेनती करदे आ, जदों कोई दुनियावी बंदा मरदा है ना जी, पहला तो उन्होंने ये फिक्र होंदा कि मैं मर जाना, पिछों मेरे बच्चों का की बनेगा, भाई मेरे कारोबार का की बनेगा, मेरे पोतियां का की बनेगा, मेरी पोती का की बनेगा, मेरे रिश्तेदारों का की बनेगा। वो इत्थों ही सोचता है पहला। जे अखीर दे समय विच वो परिवार नूं अपने कोल बिठाउंदा आ ते आ गल्लां नहीं करदा जिहड़ियां गल्लां गुरु अमरदास पातशाह ने कीतियां। वो ये गल्लां तां जरूर करेगा कि पुत्तर लड़िओ ना, 2 दुकानां तू रख ली, 2 दुकानां तू रख ली, मेरे को बैंक बैलेंस इन्ना कि पुत्तर अद्धा तू रख ली ते अद्धा तू रख ली, मेरी ये जमीन है, इस जमीन के उत्ते पुत्तर तू भी वाही कर ली, तू भी वाही कर ली। दुनियावी गल्लां तां मरन वेले बंदा करदा है, जमीन का बंटवारा करके चला जाता है, जो इन्हें कमाया हुंदा वो दे के चला जाता है। पर गुरु अमरदास पातशाह जी जिहड़ी गल कह रहे हैं ना, आह बड़ी कमाल दी है। सुनियो, सतगुर ने आख्या अपने परिवार नूं अपने कोल बुलाया कि आओ हुण मैं शरीर का चोला त्यागन लगा आ, तो शरीर का चोला त्यागण तो पहला मेरे पुत्रों, मेरे भाईओ, मेरे रिश्तेदारों, बैठ के मेरी एक गल सुनियो, मैं की कहन लगा आ। तो गुरु पातशाह ने पता की कहा जी, सतगुर ने आख्या मत मैं पिछै कोई रोब सी। ध्यान दिओ जी, मत मैं पिछै कोई रोब सी, सो मैं मूल ना पाया। गुरु पातशाह जी कहने एक गल याद रखियो, जदों मैं मर जावांगा, जदों मैं शरीर का चोला त्याग देवांगा, मता मेरे जान तो बाद कोई रोवे, रोना नहीं है मेरे जान तो बाद किसी ने। हाँ, जेड़ा बंदा मेरे जान तो बाद रोएगा, धन गुरु अमरदास पातशाह जी कहने वो मैनू चंगा नहीं लगना। रोवो क्यों जी आपा? गुरु अमरदास पातशाह कहने मैं जीवन की बाजी जित के चले आया, हार के खोड़ी चले आया, मैं जीवन की बाजी जित के चले आया, परमात्मा के घर विच मैनू शाबाश मिल रही है, फिर रोना किस गल दा आ? आपां क्यों रोईए? मैं कल भी गल की, धन गुरु ग्रंथ साहिब मालिक जी कहते संत मूए क्या रोईए। जो कोई संत मरदा ना जी, बंदगी वाला मरदा, नाम जपण वाला मरदा आ, तो कहने ओनू रोवो ना कदे भी। कहते संत मूए क्या रोईए, जो अपने गृह जाए, वो तो रब के घर चले गए जी,
ਅਸਲੀ ਟਿਕਾਣਾ ਤਾਂ ਰੱਬ ਦਾ ਘਰ ਉਹਨਾਂ ਦਾ ਅਸਲੀ ਟਿਕਾਣਾ ਹੈ। ਜਦੋਂ ਬੰਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਵੇ ਖੁਸ਼ੀ ਮਨਾਈ ਦੇ, ਰੋਈਦਾ ਨਹੀਂ ਹੁੰਦਾ। ਮੰਜ਼ਿਲ ਤਾਂ ਸਾਡੇ ਇਹੀ ਹੈ ਨਾ ਕਿ ਭਈ ਪ੍ਰਾਪਤ ਮਾਨੁਖ ਦੀ ਹੋਰੀਗਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਗਾ। ਜਿਹਨੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਿਆ ਹੋਵੇ ਤੇ ਯਾਦ ਰੱਖਿਓ ਉਹ ਆਪ ਵੀ ਖੁਸ਼ੀ ਮਨਾਉਂਦਾ ਤੇ ਉਹਦੇ ਨਾਲ ਦੇ ਵੀ ਖੁਸ਼ੀ ਮਨਾਉਂਦੇ ਆ। ਧਿਆਨ ਦਿਓ ਜੀ, ਗੱਲ ਵੱਲ ਬੜੀ ਜ਼ਰੂਰੀ ਗੱਲਾਂ ਨੇ ਅੱਜ ਦੀਆਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਰੋਣਾ ਨਹੀਂ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਕਹਿੰਦੇ ਸੰਤ ਮੁਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪੁਰੇ, ਜੋ ਹਾਟੇ ਹਾਟ ਵਕਾਏ। ਕਹਿੰਦੇ ਰੋਣਾ ਤੇ ਉਹਨਾਂ ਨੂੰ ਰੋਵੋ ਜੋ ਆਪਣੇ ਜੀਵਨ ਦਾ ਮਨੋਰਥ ਹਾਰ ਕੇ ਗਏ ਆ, ਜੋ ਜ਼ਿੰਦਗੀ ਦੀ ਬਾਜੀ ਹਾਰ ਕੇ ਗਏ ਆ, ਉਹਨਾਂ ਨੂੰ ਰੋਵੋ। ਪਰ ਜਿਨ੍ਹਾਂ ਨੇ ਇੱਥੇ ਆ ਕੇ ਬੰਦਗੀ ਕੀਤੀ, ਸਿਮਰਨ ਕੀਤਾ, ਜੀਵਨ ਸੋਹਣਾ ਬਤੀਤ ਕੀਤਾ ਰੱਬ ਦੇ ਘਰ ਵਿੱਚ, ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ, ਉਹਨਾਂ ਨੂੰ ਕਦੇ ਰੋਣਾ ਨਹੀਂ ਹੈ। ਫਿਰ ਰਿਪੀਟ ਕਰਾਂ, ਗੱਲ ਸੁਣਿਓ ਜੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਾਬਤ ਬਾਬਾ ਸੁੰਦਰ ਜੀ ਆਖਦੇ ਆ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੰਮ ਕੀਤਾ ਭਾਈ, ਇੱਕ ਅਖੀਰ ਦਾ ਸਮੇਂ ਹੁਣ ਚੌਲਾ ਤਿਆਗਣ ਲੱਗੇ ਆ, ਤੇ ਸਤਿਗੁਰ ਕਹਿੰਦੇ ਸਤਿਗੁਰ ਭਾਣੇ ਆਪਣਾ ਬਹਿ ਪਰਿਵਾਰ ਸਦਾਇਆ। ਆਪਣੇ ਪਰਿਵਾਰ ਨੂੰ ਆਵਾਜ਼ ਮਾਰ ਲਈ, ਤੇ ਮਾਰ ਕੇ ਆਵਾਜ਼ ਮਾਰ ਕੇ ਕੀ ਕਿਹਾ ਜੀ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਕਹਿੰਦੇ ਉਹ ਮੈਨੂੰ ਚੰਗਾ ਨਹੀਂ ਲੱਗਣਾ ਬੰਦਾ ਜਿਹੜਾ ਮੇਰੇ ਜਾਣ ਤੋਂ ਬਾਅਦ ਰੋਏਗਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਰੋਣਾ ਨਹੀਂ ਹੈ, ਇਹ ਪ੍ਰਮਾਤਮਾ ਨੇ ਸਰੀਰ ਦਿੱਤਾ ਸੀ ਤੇ ਪ੍ਰਮਾਤਮਾ ਨੇ ਲੈ ਲਿਆ ਹੈ। ਦੇਖੋ ਛੋਟੀ ਜਿਹੀ ਉਦਾਹਰਨ ਦੇ ਦਿਆਂ ਸੀ। ਮੰਨ ਲਓ ਤੁਹਾਨੂੰ ਕੋਈ ਬੰਦਾ ਕੋਈ ਚੀਜ਼ ਰੱਖ ਕੇ ਦੇ ਦੇਵੇ ਕਿ ਉਧਾਰੀ ਚੀਜ਼ ਆ, ਤੂੰ ਇਹ ਲੈ ਲਾ ਭਾਈ ਥੋੜ੍ਹੇ ਜਿਹੇ ਸਮੇਂ ਵਾਸਤੇ, ਮੈਂ ਸਾਲ ਡੇਢ ਸਾਲ ਬਾਅਦ ਤੇ ਤੋਂ ਚੀਜ਼ ਵਾਪਸ ਲਵਾਂਗਾ। ਜਦੋਂ ਸਾਲ ਬਾਅਦ ਉਹ ਬੰਦਾ ਚੀਜ਼ ਆਪਣੀ ਮੰਗਦਾ ਕਿ ਮੈਨੂੰ ਦੇ ਦੇ ਭਾਈ, ਜੇ ਤਾਂ ਅਸੀਂ ਚੰਗੇ ਆ ਅਸੀਂ ਉਹਨੂੰ ਖੁਸ਼ੀ ਖੁਸ਼ੀ ਦੇਵਾਂਗੇ, ਨਾਲੇ ਧੰਨਵਾਦ ਕਰਾਂਗੇ ਕਿ ਸਾਲ ਵਾਸਤੇ ਮੈਂ ਤੁਹਾਡੀ ਇਸ ਚੀਜ਼ ਨੂੰ ਵਰਤਿਆ, ਧੰਨਵਾਦ ਭਾਈ ਸਾਹਿਬ ਤੁਹਾਡਾ। ਪਰ ਜੇ ਅਸੀਂ ਮੇਲ ਮਾਰ ਕੇ ਬਹਿ ਜਾਈਏ ਜੀ ਕਿ ਮੈਂ ਨਹੀਂ ਦਿੰਦਾ ਜੀ, ਇਹ ਚੀਜ਼ ਨਾਲ ਮੇਰਾ ਪਿਆਰ ਜੁੜ ਗਿਆ ਜੀ, ਇਹ ਮੈਨੂੰ ਚੰਗੀ ਲੱਗਣ ਲੱਗ ਗਈ ਜੀ, ਮੈਂ ਨਹੀਂ ਦਿੰਦਾ। ਬੰਦਾ ਲੈ ਤਾਂ ਲੇਗਾ, ਚੀਜ਼ ਉਹਦੀ ਹੈ, ਲੜਾਈ ਕਰਕੇ ਲੈ ਲੇਗਾ, ਕੇਸ ਕਰਕੇ ਲੈ ਲੇਗਾ, ਬੇਅੰਤ ਤਰੀਕਿਆਂ ਦੇ ਨਾਲ ਖੋਲੇਗਾ ਸਾਡੇ ਕੋਲ ਤੇ, ਪਰ ਇੱਕ ਚੀਜ਼ ਬਾ ਇੱਜ਼ਤ ਬੜੇ ਪਿਆਰ ਨਾਲ ਵਾਪਸ ਦੇਣੀ, ਧੰਨਵਾਦ ਕਰਨਾ, ਤੇ ਇੱਕ ਧੱਕੇ ਨਾਲ ਕੇਸ ਕਰਾ ਕੇ ਲੜਾਈ ਝਗੜਾ ਕਰਕੇ ਵਾਪਸ ਦੇਣੀ, ਤੇ ਦੋਨਾਂ ਵਿੱਚ ਬੜਾ ਫਰਕ ਹੈ। ਸਤਿਗੁਰੂ ਕਹਿੰਦੇ ਰੱਬ ਨੇ ਸਾਨੂੰ ਜਨਮ ਦਿੱਤਾ, ਰੱਬ ਨੇ ਸਾਨੂੰ ਸਰੀਰ ਦਿੱਤਾ, ਰੱਬ ਨੇ ਸਾਨੂੰ 60 ਸਾਲ 70 ਸਾਲ ਦੀ ਜ਼ਿੰਦਗੀ ਦਿੱਤੀ। ਇਸ ਜ਼ਿੰਦਗੀ ਵਿੱਚ ਧੀ ਪੁੱਤ ਪੋਤੇ ਪੋਤਰੀਆਂ ਦੋਤੇ ਦੋਤੀਆਂ ਦਿੱਤੇ। ਹੁਣ ਜਦੋਂ ਰੱਬ 70 ਸਾਲ ਦੀ ਉਮਰ ਵਿੱਚ ਵੀ ਆਵਾਜ਼ ਮਾਰਦਾ ਤੇ ਹਲੇ ਵੀ ਬੇਬੇ ਜਾਣ ਨੂੰ ਤਿਆਰ ਨਹੀਂ ਹੈ ਕਿ ਮੈਂ ਨਹੀਂ ਹਲੇ ਜਾਣਾ ਜੀ, ਮਾਫ ਕਰਿਓ। ਜਦੋਂ ਰੱਬ ਦੇ ਘਰ ਵਿੱਚ ਉਹ ਸੱਦਾ ਆਵੇ ਤੇ ਸਤਿਗੁਰ ਕਹਿੰਦੇ ਪਿੱਛੋਂ ਰੋਣਾ ਨਹੀਂ, ਖੁਸ਼ੀ ਖੁਸ਼ੀ ਜਾਓ, ਤੇ ਪਿੱਛੋਂ ਰੋਵੋ ਨਾ, ਤੇ ਤੁਸੀਂ ਬੈਠ ਕੇ ਇਲਾਹੀ ਬਾਣੀ ਦੇ ਕੀਰਤਨ ਕਰੋ, ਗੁਰਬਾਣੀ ਨੂੰ ਗਾਵੋ, ਤੇ ਗੁਰੂ ਦਾ ਸ਼ੁਕਰਾਨਾ ਕਰੋ, ਤੇ ਆਖੋ ਕਿ ਜਿਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੇ ਮਾਥੇ। ਪਰਮਾਤਮਾ ਦੀ ਤੁਹਾਡੀ ਵਸਤੂ ਹੈ। ਤੇ ਮੈਂ ਕਹਿੰਦਾ ਜਿੱਦਣ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰਾਂ ਦੇ ਤੀਰ ਵੱਜੇ ਨਾ ਬਾਬਾ ਅਜੀਤ ਸਿੰਘ ਦੇ ਸੀਨੇ ਦੇ ਵਿੱਚ, ਬਾਅਦ ਚੋਂ ਛੋਟੇ ਪੁੱਤਰ ਦੇ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੁੰਦਾ ਆ, ਤੇ ਮਮਤੀ ਤੇ ਬੈਠਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਮੁਖ ਤੋਂ ਸ਼ਬਦ ਬੋਲਦਾ ਆ ਕਿ ਜਿਹਦੀ ਵਸਤੂ ਸੀਗੀ ਮੈਂ ਉਹਨੂੰ ਭੇਟਾ ਕਰ ਦਿੱਤੀ ਹੈ, ਜਿਹਨੇ ਮੈਨੂੰ ਦਿੱਤੇ ਸੀਗੇ ਉਹੀ ਲੈ ਗਿਆ ਆ, ਤੇ ਮੈਂ ਰੋਸ ਕਿਹੜੀ ਗੱਲੋਂ ਕਰਨਾ ਭਾਈ, ਮੈਂ ਕਿਹੜੀ ਗੱਲੋਂ ਅਫਸੋਸ ਕਰਾਂ ਨਾ, ਜਿਹਦੀ ਵਸਤੂ ਸੀ ਉਹ ਵਾਪਸ ਲੈ ਗਿਆ। ਪਰ ਮੈਂ ਇੱਕ ਅਰਦਾਸ ਜ਼ਰੂਰ ਕਰਾਂਗਾ ਕਿ ਸਤਿਗੁਰ ਤੁਸੀਂ ਮੈਨੂੰ ਇਹ ਪੁੱਤ ਬਖਸ਼ੇ, 17 ਸਾਲ 15 ਸਾਲ ਇਹ ਪੁੱਤਰਾਂ ਦੀ ਮੈਂ ਸੇਵਾ ਕੀਤੀ, ਹਾਂ ਸੇਵਾ ਕਰਦੇ ਆ, ਮੇਰੇ ਤੋਂ ਜੇ ਕੋਈ ਭੁੱਲ ਹੋ ਗਈ ਹੋਵੇ ਤੇ ਮੈਨੂੰ ਮਾਫ ਕਰਨਾ, ਪਰ ਇਹ ਵਸਤੂ ਤੇਰੀ ਸੀ ਸਤਿਗੁਰ, ਤੁਸੀਂ ਵਾਪਸ ਲੈ ਕੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਰੋਣਾ ਨਹੀਂ। ਹੁਣ ਰੋਣ ਦਾ ਤੁਸੀਂ ਜਦੋਂ ਗਰੁੜ ਪੁਰਾਣ ਨੂੰ ਪੜ੍ਹਦੇ ਹੋ ਨਾ ਜੀ, ਹੁਣ ਸੁਣਿਓ ਜੀ, ਉਹ ਕੀ ਆ 3 ਦਿਨ ਬੜੇ ਕਰਮ ਕਾਂਡ, ਮੈਂ ਕੱਲ ਵੀ ਗੱਲ ਆਖੀ ਸੀਗੀ, ਜੋ ਅਸੀਂ ਕਰਮ ਕਾਂਡ ਕਰਦੇ ਹਾਂ ਕਰਮ ਕਾਂਡਾਂ ਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਕੱਲੀ ਕੱਲੀ ਚੀਜ਼ ਦਾ ਖੰਡਨ ਕਰਨਾ, ਉਹ ਕਿ ਗੁਰੂ ਅਮਰਦਾਸ ਪਾਤਸ਼ਾਹ ਜੋ ਕਹਿ ਕੇ ਗਏ ਨੇ। ਰੋਣ ਦਾ ਜਿਹੜਾ ਮਤਲਬ ਹੈ ਨਾ ਜੀ, 13 ਦਿਨ ਦਾ ਮੰਨਿਆ ਜਾਂਦਾ ਜੀ, ਜਿਹੜੇ ਹਿੰਦੂ ਪਰਿਵਾਰਾਂ ਦੇ ਵਿੱਚ ਉਹ 13ਵਾਂ ਕਰਦੇ ਆ ਜੀ। ਉਹ ਹੁਣ ਗਰੁੜ ਪੁਰਾਣ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਬੰਦਾ ਮਰ ਜਾਂਦਾ ਨਾ, ਉਹਦੀ ਆਤਮਾ 13 ਦਿਨ ਸਾਡੇ ਘਰ ਦੇ ਆਲੇ ਦੁਆਲੇ ਜਾਂ ਘਰ ਦੇ ਵਿੱਚ ਹੀ ਰਹਿੰਦੀ ਹੈ।
ਹੁਣ ਧਿਆਨ ਦਿਓ ਜੀ, ਬੰਦਾ ਮਰ ਜਾਂਦਾ, ਇਹ ਗਰੁੜ ਪੁਰਾਣ ਕਹਿੰਦਾ, ਗੁਰੂ ਗ੍ਰੰਥ ਸਾਹਿਬ ਮਾਲਕ ਨਹੀਂ ਕਹਿੰਦੇ। ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦਾ ਕਹਿੰਦੇ ਆ ਕਿ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਕਹਿੰਦੇ ਮੈਨੂੰ ਪਤਾ ਹੀ ਨਹੀਂ ਕਿੱਥੇ, ਉਦੋਂ ਵਿੱਚੋਂ ਇੱਕ ਵਾਰੀ ਹੰਸ ਉੱਡ ਗਿਆ, ਇਹ ਕਿੱਥੇ ਚਲਾ ਗਿਆ ਕਿਸੇ ਨੂੰ ਨਹੀਂ ਪਤਾ ਆ। ਪਰ ਗਰੁੜ ਪੁਰਾਣ ਕਹਿੰਦਾ ਜੀ 13 ਦਿਨ ਉਹ ਆਤਮਾ ਜਿਹੜੀ ਹੈ ਸਾਡੇ ਘਰ ਦੇ ਵਿੱਚ ਜਾਂ ਘਰ ਦੇ ਆਲੇ ਦੁਆਲੇ ਘੁੰਮਦੀ ਆ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਡਰਾਉਂਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ। ਫਿਰ ਗਰੁੜ ਪੁਰਾਣ 'ਚ ਲਿਖਿਆ ਕਿ ਤੁਸੀਂ ਉੱਚੀ ਉੱਚੀ ਰੋਣਾ, ਉੱਚੀ ਉੱਚੀ ਧਾਹਾਂ ਮਾਰਨੀਆਂ ਆ, ਉੱਚੀ ਤੁਸੀਂ ਚੀਕਾਂ ਮਾਰਨੀਆਂ, ਕੂਕਾਂ ਮਾਰਨੀਆਂ, ਰੋਣਾ ਉੱਚੀ ਉੱਚੀ। ਜਦੋਂ ਤੁਸੀਂ ਉੱਚੀ ਉੱਚੀ ਰੋਵੋਗੇ, ਧਾਹਾਂ ਮਾਰੋਗੇ, ਤੇ ਤੁਹਾਡੀ ਧਾਹ ਸੁਣ ਕੇ ਆਤਮਾ ਡਰੇਗੀ ਤੇ ਤੁਹਾਡੇ ਘਰ ਨੂੰ ਛੱਡ ਕੇ ਚਲੇ ਜਾਏਗੀ। ਇਹ ਗਰੁੜ ਪੁਰਾਣ 'ਚ ਲਿਖਿਆ ਹੋਇਆ ਜੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਕਹਿੰਦੇ ਇੱਦਾਂ ਦੀ ਕੋਈ ਖੇਡ ਨਹੀਂ ਹੈ। ਇੱਥੇ ਤਾਂ ਜਦੋਂ ਵਿੱਚੋਂ ਇੱਕ ਵਾਰੀ ਹੰਸ ਉਡਾਰੀ ਮਾਰ ਗਿਆ ਤੇ ਮਿੱਟੀ ਦਾ ਪੁਤਲਾ ਰਹਿ ਗਿਆ, ਤੇ ਜਿਹੜਾ ਕਿ ਭਾਈ ਇਹ ਜੋਤ ਹੈ, ਜੋਤ ਵਿੱਚ ਸਮਾ ਗਈ, ਤੇ ਮਿੱਟੀ ਦੇ ਜਿਹੜੇ 5 ਤੱਤ ਸੀਗੇ ਇਹ 5 ਤੱਤਾਂ ਵਿੱਚ ਸਮਾ ਗਏ, ਗੱਲ ਖਤਮ ਹੋ ਗਈ। ਸਤਿਗੁਰ ਦੀ ਇੱਦਾਂ ਦੀ ਕੋਈ ਗੱਲ ਨਹੀਂ ਕਹਿੰਦੇ। ਮਾਲਕ ਜੀ ਕਹਿੰਦੇ ਤਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਮੇਰੇ ਪਿੱਛੋਂ ਰੋਣਾ ਨਹੀਂ ਕਿਸੇ ਨੇ, ਮੇਰੇ ਪਿੱਛੋਂ ਕਿਸੇ ਨੇ ਧਾਹ ਨਹੀਂ ਮਾਰਨੀ, ਮੇਰੇ ਪਿੱਛੋਂ ਕਿਸੇ ਨੇ, ਜੇ ਪੰਜਾਬ ਦੇ ਵਿੱਚ ਇੱਕ ਸ਼ਬਦ ਹੈ ਜੀ, ਪਿੱਟ ਸਿਆਪਾ ਨਹੀਂ ਕਰਨਾ, ਕੋਈ ਪਿੱਟ ਸਿਆਪਾ ਨਹੀਂ ਹੋਣਾ ਚਾਹੀਦਾ, ਤੇ ਕੋਈ ਧਾਹ ਨਹੀਂ ਮਾਰਨੀ। ਜੇ ਤੁਸੀਂ ਮੇਰੇ ਪਿੱਛੋਂ ਕੋਈ ਪਿੱਟ ਸਿਆਪਾ ਕਰਦਾ, ਕੋਈ ਰੋਂਦਾ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹ ਬੰਦਾ ਮੈਨੂੰ ਚੰਗਾ ਨਹੀਂ ਲੱਗਦਾ। ਹੁਣ ਕਿੱਡੀ ਵੱਡੀ ਗੱਲ ਕਹਿ ਦਿੱਤੀ ਜੀ। ਹਾਂ ਠੀਕ ਹੈ, ਵਿਛੋੜਾ ਪੈਂਦਾ ਆ, ਉਦੋਂ ਦੁੱਖ ਜ਼ਰੂਰ ਹੁੰਦਾ ਆ, ਪਰ ਇਸ ਦੁੱਖ ਦੇ ਵਿੱਚ ਵੀ ਸਤਿਗੁਰ ਕਹਿੰਦੇ ਜੇ ਤੁਸੀਂ ਪਰਮਾਤਮਾ ਦਾ ਭਾਣਾ ਮੰਨਣਾ ਸਿੱਖ ਲਿਆ ਜੀ, ਪਰਮਾਤਮਾ ਦੇ ਭਾਣੇ ਨੂੰ ਮੰਨ ਲਿਆ, ਤੇ ਮੇਰੇ ਮਾਲਕ ਜੀ ਕਹਿੰਦੇ ਫਿਰ ਦੁਨੀਆ ਦਾ ਕੋਈ ਵੀ ਦੁੱਖ ਤੁਹਾਨੂੰ ਤੰਗ ਨਹੀਂ ਕਰ ਸਕਦਾ। ਤੁਸੀਂ ਪਰ ਗੁਰੂ ਕੇ ਸਿੱਖ ਹੋ ਜੋ ਦੁੱਖ ਦੇ ਵਿੱਚ ਵੀ ਸ਼ੁਕਰ ਮਨਾ ਰਹੇ ਹੋ। ਸਤਿਗੁਰ ਨੇ ਕਿਰਪਾ ਕੀਤੀ, ਮਤ ਮੈਂ ਪਿੱਛੇ ਕੋਈ ਰੋਬ ਸੀ, ਪਿੱਛੇ ਕਿਸੇ ਨੇ ਰੋਣਾ ਨਹੀਂ ਹੈ ਜੀ, ਸੋ ਮੈਂ ਮੂਲ ਨਾ ਪਾਇਆ, ਕਹਿੰਦੇ ਉਹ ਮੈਨੂੰ ਚੰਗਾ ਨਹੀਂ ਲੱਗੇਗਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਅਟਲ ਰਾਏ ਦੀ ਚੜ੍ਹਾਈ ਕਰਕੇ, ਇਹਨਾਂ ਦੇ ਸਾਂਢੂ ਸੀਗੇ ਜੀ ਸਾਈਂ ਦਾਸ ਜੀ, ਉਹ ਕਹਿੰਦੇ ਚਲੋ ਮਿਲ ਕੇ ਆਈਏ ਗੁਰੂ ਪਾਤਸ਼ਾਹ ਨੂੰ, ਜਵਾਨ ਪੁੱਤ ਚੜ੍ਹਾਈ ਕਰ ਗਿਆ ਆ, ਜਾ ਕੇ ਇੱਕ ਵਾਰੀ ਅਫਸੋਸ ਤਾਂ ਕਰਕੇ ਆਈਏ। ਆਮ ਪੇਂਡੂ ਜੀ ਭਾਸ਼ਾ ਦੀ ਗੱਲ ਕਰਦਾ ਜੀ। ਗੁਰੂ ਸਾਈਂ ਦਾਸ ਜੀ ਆਏ ਨਾ ਜੀ ਗੁਰੂ ਪਾਤਸ਼ਾਹ ਜੀ ਕੋਲ, ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪੂਰੀ ਚੜ੍ਹਦੀ ਕਲਾ 'ਚ ਬੈਠੇ, ਉਸੇ ਤਰ੍ਹਾਂ ਚਿਹਰੇ ਦਾ ਨੂਰ, ਉਸੇ ਤਰ੍ਹਾਂ ਚੜ੍ਹਦੀ ਕਲਾ। ਤੇ ਗੁਰੂ ਪਾਤਸ਼ਾਹ ਜੀ ਨੂੰ ਦੇਖ ਕੇ ਸਾਈਂ ਦਾਸ ਨੇ ਆਖਿਆ, ਕਹਿੰਦੇ ਪਾਤਸ਼ਾਹ ਜਵਾਨ ਪੁੱਤ ਚੜ੍ਹਾਈ ਕਰ ਗਿਆ ਹੋਵੇ ਤੇ ਚਿਹਰੇ ਦੇ ਉੱਤੇ ਕੋਈ ਉਦਾਸੀ ਨਹੀਂ ਹੈ, ਚਿਹਰੇ ਦੇ ਉੱਤੇ ਕੋਈ ਵੀ ਦੁੱਖ ਨਹੀਂ ਹੈ, ਤਕਲੀਫ ਨਹੀਂ ਹੈ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਸਾਈਂ ਦਾਸ ਜੀ ਕਿੱਥੇ ਖੜੇ ਹੋ? ਕਹਿੰਦੇ ਜ਼ਮੀਨ ਤੇ, ਮਿੱਟੀ ਤੇ ਖੜਾ ਜੀ। ਕਹਿੰਦੇ ਕੰਮ ਕਰ ਜ਼ਮੀਨ ਦੇ ਉੱਤੇ ਕੁਝ ਲੀਕਾਂ ਵਾ। ਸਾਈਂ ਦਾਸ ਨੇ ਕੋ ਚੱਕਿਆ ਜੀ ਡੱਕਾ, ਲੀਕਾਂ ਵਾਹੀਆਂ ਜੀ। ਜਦੋਂ 5-6 ਲੀਕਾਂ ਵਾਹੀਆਂ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਹੁਣ ਇਹਨਾਂ ਲੀਕਾਂ ਨੂੰ, ਲਕੀਰਾਂ ਨੂੰ ਮਟੇ ਦੇ। ਸਾਈਂ ਦਾਸ ਨੇ ਮਟੇਤੀਆਂ ਜੀ। ਤੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਜਦੋਂ ਲੀਕਾਂ ਵਾਹੀਆਂ ਖੁਸ਼ੀ ਹੋਈ ਕੋਈ? ਉਹ ਕਹਿੰਦਾ ਕਾਹਦੀ ਖੁਸ਼ੀ ਜੀ, ਲੀਕਾਂ ਤੁਸੀਂ ਕਹੀਆਂ ਵਾਹ ਦਿਓ, ਮੈਂ ਵਾਹਤੀਆਂ ਜੀ। ਜਦੋਂ ਮੈਂ ਕਿਹਾ ਲੀਕਾਂ ਮਟੇ ਦਿਓ, ਕੋਈ ਦੁੱਖ ਹੋਇਆ? ਉਹ ਕਹਿੰਦੇ ਨਾ ਜੀ, ਨਾ ਲੀਕਾਂ ਵਾਹੁਣ ਵੇਲੇ ਮੈਨੂੰ ਕੋਈ ਖੁਸ਼ੀ ਹੋਈ ਤੇ ਨਾ ਲੀਕਾਂ ਵਟਾਉਣ ਵੇਲੇ ਮੈਨੂੰ ਕੋਈ ਦੁੱਖ ਹੋਇਆ। ਇਹ ਤੁਹਾਡਾ ਹੁਕਮ ਸੀਗਾ ਜੀ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਹੀ ਹੁਕਮ ਹੈ। ਆ ਧੀ ਪੁੱਤ ਪਰਮਾਤਮਾ ਨੇ ਆਪੇ ਲੀਕਾਂ ਵਾਹੀਆਂ, ਤੇ ਧੀ ਪੁੱਤ ਆਪੇ ਲੀਕਾਂ ਨੂੰ ਉਹ ਮਟੇ ਦਿੰਦਾ ਆ। ਵਾਹੁਣ ਵਾਲਾ ਵੀ ਉਹ ਆ ਤੇ ਮਿਟਾਉਣ ਵਾਲਾ ਵੀ ਉਹ, ਤੇ ਮੈਂ ਗੁੱਸਾ ਗਿੱਲਾ ਕਰਨ ਵਾਲਾ ਕੌਣ ਆ? ਧਿਆਨ ਦਿਓ ਜੀ, ਭਾਣਾ ਕਿੱਦਾਂ ਮੰਨਣਾ ਆ। ਸਤਿਗੁਰ ਕਹਿੰਦੇ ਨਾ ਮੈਂ ਲੀਕਾਂ ਵਾਹੁਣ ਵੇਲੇ ਖੁਸ਼ੀ, ਨਾ ਮਿਟਾਉਣ ਵੇਲੇ ਖੁਸ਼ੀ। ਮੈਨੂੰ ਦਿੱਤੇ ਪੁੱਤਰ ਪ੍ਰਮਾਤਮਾ ਨੇ ਆ, ਤੇ ਜੇ ਪ੍ਰਮਾਤਮਾ ਬੱਚੇ ਵਾਪਸ ਲੈ ਰਿਹਾ ਆ ਤੇ ਪ੍ਰਮਾਤਮਾ ਬੱਚੇ ਵਾਪਸ ਖੋ ਰਿਹਾ ਆ, ਤੇ ਮੈਂ ਫਿਰ ਅਫਸੋਸ ਕਿਹੜੀ ਗੱਲ ਦਾ ਕਰਾਂ? ਮੈਂ ਕਿਹੜੀ ਗੱਲ ਦਾ ਭਾਈ ਅਫਸੋਸ ਕਰਾਂ? ਕਿਹੜੀ ਗੱਲ ਦਾ ਮੈਂ ਕਹਾਂ ਕਿ ਸਤਿਗੁਰ ਤੁਸੀਂ ਮੇਰੇ ਨਾਲ ਆਹ ਨਹੀਂ ਕਰਨਾ ਸੀ? ਨਹੀਂ, ਪਰਮਾਤਮਾ ਦੀ ਖੇਡ ਵਿੱਚ ਰਾਜ਼ੀ ਰਹਿਣਾ। ਸਤਿਗੁਰ ਕਹਿੰਦੇ ਸਭ ਤੋਂ ਵੱਡੀ ਸਿੱਖ ਦੀ ਨਿਸ਼ਾਨੀ ਇਹ ਹੈ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ। ਸਤਿਗੁਰ ਕਹਿੰਦੇ ਰੋਣਾ ਨਹੀਂ ਹੈ ਭਾਈ, ਰੋਵੋ ਉਹਨਾਂ ਨੂੰ ਜਿਹੜੇ ਬਾਜੀ ਹਾਰ ਕੇ ਚੱਲੇ ਆ। ਮੈਂ ਬਾਜੀ ਜਿੱਤ ਕੇ ਚੱਲਿਆ। ਹੁਣ ਦੱਸਿਆ ਕਿ 13 ਦਿਨ 13ਵਾਂ ਕਰਦੇ ਆ ਹਿੰਦੂ ਪਰਿਵਾਰਾਂ ਦੇ ਅੰਦਰ, ਤਾਂ ਕਰਦੇ ਆ ਕਿਉਂਕਿ ਗਰੁੜ ਪੁਰਾਣ ਕਹਿੰਦਾ ਕਿ 13 ਦਿਨ ਆਤਮਾ ਆਲੇ ਦੁਆਲੇ ਘੁੰਮਦੀ ਹੈ। ਪਰ ਸਾਡੀ ਸਹਿਤ ਮਰਿਆਦਾ ਕਹਿੰਦੀ ਹੈ ਸਹਿਜ ਪਾਠ ਆਰੰਭ ਕੀਤਾ ਜਾਵੇ। ਹੁਣ ਕੁਝ ਨਾ ਕੁਝ ਕਰਮ ਕਾਂਡ ਚਲੋ ਚੱਲ ਪਏ ਆ ਜੀ, ਰੀਤਾਂ
ਚੱਲ ਪਈਆਂ ਕੁਝ ਨਾ ਕੁਝ। ਜਿਵੇਂ ਹੁਣ ਅਸੀਂ ਸੰਸਕਾਰ ਕਰਨ ਤੋਂ ਉਪਰੰਤ ਅਸੀਂ ਫਿਰ ਗੁਰਦੁਆਰਾ ਸਾਹਿਬ ਆਉਂਦੇ ਆ ਜੀ, ਅਲਾਣੀਆਂ ਸਾਹਿਬ ਦਾ ਪਾਠ ਕਰਦੇ ਆ। ਪਰ ਅਸਲ 'ਚ ਇਹ ਮਰਿਆਦਾ ਨਹੀਂ ਹੈ। ਮਰਿਆਦਾ ਇਹ ਆ ਕਿ ਜਿਵੇਂ ਤੁਸੀਂ ਦੇਖਿਆ ਹੋਣਾ, ਹੁਣ ਵੀਰ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਡੈਥ ਹੋਈ ਆ ਮਾਤਾ ਜੀ ਦੀ, ਇਹਨਾਂ ਨੇ ਆਉਂਦਿਆਂ ਨੇ ਹੀ ਸਹਿਜ ਪਾਠ ਆਰੰਭ ਕੀਤਾ। ਅਸਲ 'ਚ ਮਰਿਆਦਾ ਇਹ ਆ, ਤੁਸੀਂ ਆਉਂਦੇ ਹੀ ਬਾਣੀ ਨਾਲ ਜੁੜ ਜਾਓ, ਸਾਰਾ ਪਰਿਵਾਰ ਆਪ ਬਾਣੀ ਪੜ੍ਹੇ। ਰਹਿਤ ਮੇਰਾ ਦੇ ਵਿੱਚ ਵੈਸੇ ਇਹ ਲਿਖਿਆ ਹੈ ਕਿ ਸਹਿਜ ਪਾਠ ਤੁਸੀਂ ਕਰੋ ਅਤੇ ਕੋਸ਼ਿਸ਼ ਕਰੇ ਕਿ ਪਰਿਵਾਰ ਕਰੇ। ਜੇ ਪਰਿਵਾਰ ਨਹੀਂ ਕਰ ਸਕਦਾ, ਕਿਸੇ ਚੰਗੇ ਪਾਠੀ ਕੋਲੋਂ ਕਰਵਾਇਆ ਜਾਵੇ ਅਤੇ ਸੁਣਿਆ ਜਾਵੇ। ਹੁਣ ਗੱਲ ਕਹਿਣ 'ਚ ਗੁਰੇਜ਼ ਨਹੀਂ ਹੈ, ਮਾफ़ ਕਰਿਓ ਜੀ। ਹੁਣ ਅਸੀਂ ਅਖੰਡ ਪਾਠ ਸਾਹਿਬ ਰਖਾ ਕੇ ਚਲੇ ਜਾਂਦੇ ਹਾਂ, ਸਿਰਫ ਭੋਗ ਵਾਲੇ ਦਿਨ ਆਉਂਦੇ ਆ, ਸਾਰਾ ਪਾਠ ਨਾ ਕਿਸੇ ਨੇ ਸੁਣਿਆ ਜੀ ਅਤੇ ਨਾ ਕਿਸੇ ਨੇ ਕੋਈ ਗੱਲਬਾਤ ਸੁਣੀ ਹੈ ਜੀ। ਸਿਰਫ ਮਨ ਨੂੰ ਤਸੱਲੀ ਹੋ ਗਈ ਕਿ ਅਸੀਂ ਪਾਠ ਕਰਵਾ ਲਿਆ। ਪਰ ਸਤਿਗੁਰੂ ਕਹਿੰਦੇ ਨਹੀਂ, ਪਾਠ ਆਪ ਕਰਨਾ ਹੈ। ਇੱਕ ਹਫ਼ਤਾ ਲਾ ਕੇ ਪਾਠ ਕਰੋ, 10 ਦਿਨ ਲਾ ਕੇ ਪਾਠ ਕਰੋ। ਪਾਠ ਨੂੰ ਕਰੋ ਅਤੇ ਸੁਣੋ, ਪਤਾ ਲੱਗੇ ਕਿ ਗੁਰਬਾਣੀ ਕਹਿੰਦੀ ਕੀ ਹੈ, ਤਾਂ ਕਿ ਸਾਡਾ ਮਨ ਗੁਰਬਾਣੀ ਨਾਲ ਜੁੜ ਕੇ ਗੁਰੂ ਦੇ ਭਾਣੇ ਨੂੰ ਸਵੀਕਾਰ ਕਰ ਸਕੇ। ਬਾਬਾ ਸੁੰਦਰ ਜੀ ਕਹਿੰਦੇ ਕਿ ਮਤ ਮੈਂ ਪਿੱਛਾ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਉਹ ਮੈਨੂੰ ਚੰਗਾ ਨਹੀਂ ਲੱਗੇਗਾ ਜਿਹੜਾ ਮੇਰੇ ਮਰਨ ਤੋਂ ਬਾਅਦ ਰੋਵੇਗਾ। ਕਿਉਂ ਜੀ? ਕਹਿੰਦੇ ਮਿੱਤ ਪੈਜੇ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੇ। ਹੁਣ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕਿ ਦੱਸੋ, ਇੱਕ ਮਿੱਤਰ ਨੂੰ ਵਡਿਆਈ ਮਿਲਦੀ ਹੋਵੇ, ਉਹਨੂੰ ਸ਼ੋਭਾ ਮਿਲਦੀ ਹੋਵੇ, ਅਤੇ ਦੂਜੇ ਮਿੱਤਰ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਮੇਰੇ ਮਿੱਤਰ ਨੂੰ ਵਡਿਆਈ ਮਿਲ ਰਹੀ ਹੈ, ਮੇਰੇ ਮਿੱਤਰ ਨੂੰ ਸ਼ੋਭਾ ਮਿਲ ਰਹੀ ਹੈ, ਮੇਰੇ ਮਿੱਤਰ ਦਾ ਮਾਣ ਸਨਮਾਨ ਹੋ ਰਿਹਾ। ਕਹਿੰਦੇ ਇਹ ਗੱਲ ਕਿੱਥੇ ਦੀ ਹੈ ਜੀ ਕਿ ਇੱਕ ਮਿੱਤਰ ਦੇ ਗਲ ਵਿੱਚ ਸਰੋਪਾ ਪੈਂਦਾ ਹੋਵੇ, ਮਾਣ ਸਨਮਾਨ ਮਿਲਦਾ ਹੋਵੇ, ਅਤੇ ਦੂਜਾ ਰੋਂਦਾ ਹੋਵੇ। ਇਹ ਤਾਂ ਨਹੀਂ ਹੁੰਦਾ ਦੁਨਿਆਵੀ ਤੌਰ 'ਤੇ ਜੀ। ਜਦੋਂ ਸਾਡਾ ਕੋਈ ਪ੍ਰੇਮੀ, ਜਦੋਂ ਸਾਨੂੰ ਕੋਈ ਪਿਆਰ ਕਰਨ ਵਾਲਾ, ਸਾਡਾ ਕੋਈ ਰਿਸ਼ਤੇਦਾਰ, ਕੋਈ ਧੀ ਪੁੱਤ ਜਦੋਂ ਆਪਣੇ ਜੀਵਨ 'ਚ ਕਾਮਯਾਬ ਹੁੰਦਾ, ਜਦੋਂ ਕਿਸੇ ਮੰਜ਼ਿਲ 'ਤੇ ਪਹੁੰਚਦਾ ਆ, ਅਸੀਂ ਖੁਸ਼ੀ ਮਨਾਉਂਦੇ ਆ ਕਿ ਸਾਡਾ ਮਿੱਤਰ ਅੱਜ ਬਹੁਤ ਉੱਚੀ ਪਹੁੰਚ ਗਿਆ ਆ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਅੱਜ ਪਰਮਾਤਮਾ ਦੇ ਘਰ ਵਿੱਚੋਂ ਮੈਨੂੰ ਸ਼ਾਬਾਸ਼ ਮਿਲਣੀ ਹੈ, ਪਰਮਾਤਮਾ ਦੇ ਘਰ ਵਿੱਚੋਂ ਮੈਨੂੰ ਸਰੋਪਾ ਮਿਲਣਾ ਆ। ਮੈਂ ਆਪਣੇ ਜੀਵਨ ਵਿੱਚੋਂ ਪਾਸ ਹੋ ਗਿਆ ਆ, ਗੁਰੂ ਨੇ ਮੇਰੇ ਜੀਵਨ ਨੂੰ ਦੇਖ ਕੇ ਮੈਨੂੰ ਸ਼ਾਬਾਸ਼ ਦੇਣੀ ਆ, ਸਰੋਪਾ ਦੇਣਾ ਹੈ, ਮੈਨੂੰ ਵਡਿਆਈ ਦੇਣੀ ਹੈ। ਅਤੇ ਤੁਸੀਂ ਵਡਿਆਈ ਨੂੰ ਦੇਖ ਕੇ ਖੁਸ਼ੀ ਮਨਾਇਓ, ਫਿਰ ਰੋਣਾ ਕਿਹੜੀ ਗੱਲ ਦਾ ਆ। ਮੇਰੇ ਤੁਸੀਂ ਮਿੱਤਰ ਤਾਂ ਹੋਵੋਗੇ ਜੇ ਤੁਸੀਂ ਮੇਰੇ ਜਾਣ ਤੋਂ ਬਾਅਦ ਪਰਮਾਤਮਾ ਦੀ ਬਾਣੀ ਨਾਲ ਜੁੜ ਕੇ ਸ਼ੁਕਰਾਨਾ ਕਰੋ। ਜੇ ਤੁਸੀਂ ਮੇਰੇ ਜਾਣ ਤੋਂ ਬਾਅਦ ਰੋਂਦੇ ਹੋ ਤੇ ਸਤਿਗੁਰ ਕਹਿੰਦੇ ਕਦੇ ਵੀ ਮੇਰੇ ਸਿੱਖ ਨਹੀਂ ਤੁਸੀਂ ਬਣ ਸਕਦੇ। ਕਮਾਲ ਦੀ ਗੱਲ ਆ, ਪੀਰ ਬੁੱਧੂ ਸ਼ਾਹ ਨੇ ਜਦੋਂ ਦੋਨੇ ਪੁੱਤਰ ਆਪਣੇ ਕੁਰਬਾਨ ਕਰਤੇ ਨਾ ਜੀ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਭੰਗਾਣੀ ਦੇ ਯੁੱਧ ਦੇ ਵਿੱਚ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਪੀਰ ਜੀ ਤੁਹਾਡੇ 2 ਪੁੱਤਰ ਕੁਰਬਾਨ ਹੋ ਗਏ, ਬੜਾ ਔਖਾ ਪੁੱਤਰਾਂ ਨੂੰ ਕੁਰਬਾਨ ਕਰਨਾ। ਪਰ ਪੀਰ ਬੁੱਧੂ ਸ਼ਾਹ ਨੇ ਆਖਿਆ ਸੀਗਾ, ਸਤਿਗੁਰ ਮੈਂ ਸ਼ੁਕਰਾਨਾ ਕਰਦਾ ਤੁਹਾਡਾ ਕਿ ਮੇਰੇ ਪੁੱਤਰ ਆਪ ਜੀ ਦੀ ਨਜ਼ਰ ਹੇਠ ਜੰਗੇ ਮੈਦਾਨ ਵਿੱਚ ਸ਼ਹੀਦ ਹੋਏ ਨੇ। ਮਰਨਾ ਤਾਂ ਵੈਸੇ ਵੀ ਆਪਾਂ ਸਾਰਿਆਂ ਨੇ, ਪਰ ਕਿੱਡੀ ਕਮਾਲ ਦੀ ਗੱਲ ਆ, ਸਤਿਗੁਰ ਤੇਰੇ ਭਾਣੇ ਵਿੱਚ ਰਹਿ ਕੇ ਧਰਮ ਦਾ ਯੁੱਧ ਕਰਦੇ ਹੋਏ ਮੇਰੇ 2 ਪੁੱਤਰ ਸਤਿਗੁਰ ਸ਼ਹੀਦ ਹੋ ਗਏ ਆ। ਤੇ ਸਤਿਗੁਰ ਮੈਂ ਸ਼ੁਕਰਾਨਾ ਕਰਦਾ ਆ ਕਿ ਮਰਨਾ ਤਾਂ ਵੈਸੇ ਵੀ ਸੀ, ਪਰ ਹੁਣ ਮੇਰੇ ਪੁੱਤਰ ਤੇਰੀ ਗੋਦ ਦੇ ਵਿੱਚ ਹਮੇਸ਼ਾ ਲਈ ਸਤਿਗੁਰ ਜੀਓ ਸੁਭਾਏਮਾਨ ਹੋ ਗਏ ਆ, ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਭਾਈ ਆਪਣੇ ਜੀਵਨ ਵਿੱਚ ਹੁਣ ਮੈਨੂੰ ਵਡਿਆਈ ਮਿਲ ਰਹੀ ਹੈ, ਤੁਸੀਂ ਮੇਰੇ ਮਿੱਤਰ ਹੋ, ਤੁਸੀਂ ਪਿੱਛੋਂ ਰੋਣਾ ਨਹੀਂ ਹੈ। ਮਿੱਤ ਪੈਜੇ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੇ। ਸਤਿਗੁਰ ਕਹਿੰਦੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰ ਪਹਿਨਾਵੇ। ਕਹਿੰਦੇ ਜਿੰਨੇ ਤੁਸੀਂ ਮੇਰੇ ਇੱਥੇ ਭਾਈ ਪੁੱਤ ਬੈਠੇ ਹੋ, ਮੇਰੇ ਰਿਸ਼ਤੇਦਾਰ ਬੈਠੇ ਹੋ, ਮੇਰੇ ਸਿੱਖ ਬੈਠੇ ਹੋ, ਤੁਸੀਂ ਵਿਚਾਰ ਕਰਕੇ ਦੇਖਿਓ ਪਰਮਾਤਮਾ ਦੇ ਘਰ ਵਿੱਚ ਹੁਣ ਮੈਨੂੰ ਆਦਰ ਮਾਨ ਮਿਲ ਰਿਹਾ, ਮੈਨੂੰ ਸਰੋਪਾ ਮਿਲ ਰਿਹਾ, ਪਰਮਾਤਮਾ ਮੈਨੂੰ ਸਰੋਪਾ ਪਾ ਰਿਹਾ ਆ। ਹੁਣ ਜਦੋਂ ਪਰਮਾਤਮਾ ਮੈਨੂੰ ਸਰੋਪਾ ਪਾਉਂਦਾ ਹੋਵੇ ਫਿਰ ਤੁਹਾਡੀਆਂ ਅੱਖਾਂ 'ਚ ਅੱਥਰੂ ਨਹੀਂ ਹੋਣੇ ਚਾਹੀਦੇ, ਤੁਸੀਂ ਰੋਣੇ ਨਹੀਂ ਚਾਹੀਦੇ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਾਰ-ਬਾਰ। ਕੱਲ੍ਹ ਵੀ ਗੱਲ ਆਏਗੀ, ਸਤਿਗੁਰ ਦੱਸ ਕੇ ਜਾਣਗੇ, ਪਿੱਛੋਂ ਫਿਰ ਕਥਾ ਕਰਨੀ ਹੈ, ਪਿੱਛੋਂ ਫਿਰ ਕੀਰਤਨ ਕਰਨਾ ਆ, ਗੁਰਬਾਣੀ ਨਾਲ ਹੀ ਜੁੜਨਾ ਆ। ਐਵੇਂ ਸਤਿਗੁਰ ਕਹਿੰਦੇ ਨਾ ਤੁਸੀਂ ਪਿੱਟ ਸਿਆਪਾ ਕਰਨਾ ਅਤੇ ਨਾ ਸਤਿਗੁਰ ਕਹਿੰਦੇ ਰੋਣਾ ਆ। ਮਾਲਕ ਨੇ ਕਿਹਾ ਕਿ ਭਾਈ ਤੁਸੀਂ ਆਪਣੇ ਜੀਵਨ ਦੇ ਅੰਦਰ ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰ ਪਹਿਨਾਵੇ। ਹੁਣ ਮਾਲਕ ਨੇ ਇੱਕ ਕੰਮ ਹੋਰ ਕੀਤਾ, ਬੜਾ ਜ਼ਰੂਰੀ ਸੀਗਾ ਜਿਹੜਾ
ਕਹਿੰਦੇ ਸਤਿਗੁਰੂ ਪ੍ਰਤੱਖ ਹੁੰਦਾ। ਹੁਣ ਇਹ ਗੱਲ ਧਿਆਨ ਨਾਲ ਸੁਣਿਓ ਜੀ। ਕਹਿੰਦੇ ਸਤਿਗੁਰੂ ਪ੍ਰਤੱਖ ਹੁੰਦਾ, ਬਹਿਰਾਜ ਆਪ ਟਿਕਾਇਆ। ਸਤਿਗੁਰ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਉਂਦੇ ਜੀ ਆਪਣੀ ਸੋਝੀ ਵਿੱਚ ਕਿਹੜੀ ਜ਼ਿੰਮੇਵਾਰੀ ਨਿਭਾਈ ਜੀ? ਆਪਣੇ ਜਵਾਈ ਬਾਬੇ ਜੇਠੇ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ। ਮਰਨ ਤੋਂ ਬਾਅਦ ਨਹੀਂ ਹੈ ਜੀ। ਸਾਡੇ ਘਰ ਦੇ ਵਿੱਚ ਇਲੈਕਸ਼ਨ ਨਹੀਂ ਸੀਗੀ, ਸਿਲੈਕਸ਼ਨ ਸੀਗੀ, ਪਰ ਅੱਜ ਕੰਮ ਉਲਟ ਹੋ ਗਿਆ ਆ। ਅਸੀਂ ਸਿਲੈਕਸ਼ਨ ਨੂੰ ਪਹਿਲ ਦਿੱਤੀ ਹੈ ਅਤੇ ਇਲੈਕਸ਼ਨ ਨੂੰ ਪਹਿਲ ਦਿੱਤੀ ਹੈ ਅਤੇ ਸਿਲੈਕਸ਼ਨ ਛੱਡਤੀ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਧੀਆਂ ਪੁੱਤਰਾਂ ਦੇ ਵਿੱਚ ਅਤੇ ਆਪਣੇ ਵੱਡੇ ਜਵਾਈ ਨੂੰ ਛੱਡ ਕੇ ਆਪਣੇ ਛੋਟੇ ਜਵਾਈ ਬਾਬੇ ਜੇਠੇ ਨੂੰ, ਜਿਹੜਾ ਗੁਰੂ ਘਰ ਦੇ ਵਿੱਚ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਆ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਜਵਾਈ ਬਾਬੇ ਜੇਠੇ ਨੂੰ ਗੁਰਤਾ ਗੱਦੀ ਦਿੱਤੀ ਅਤੇ ਗੁਰੂ ਰਾਮਦਾਸ ਪਾਤਸ਼ਾਹ ਬਣਾਇਆ। ਇਹ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਜੀ, ਨਹੀਂ ਤਾਂ ਪਿੱਛੋਂ ਲੜਾਈ ਹੋ ਜਾਣੀ ਸੀਗੀ। ਜਿਵੇਂ ਇਤਿਹਾਸ ਦਾ ਅਗਾਂਹ ਜਾ ਕੇ ਵਰਕਾ ਪੜ੍ਹਨਾ ਪੈਂਦਾ ਆਪਾਂ ਨੂੰ, ਗੁਰੂ ਤੇਗ ਬਹਾਦਰ ਪਾਤਸ਼ਾਹ ਵੇਲੇ ਕਿੰਨਾ ਖਿਲਾਰਾ ਪੈਂਦਾ ਜੀ, ਉਦੋਂ 22 ਮੰਜੀਆਂ ਦਾ ਰੋਲਾ ਪੈ ਜਾਂਦਾ ਆ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਜਿਉਂਦੇ ਜੀ ਆਪਣੇ ਪਰਿਵਾਰ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪੁੱਤਰਾਂ ਨੂੰ, ਸੰਗਤਾਂ ਨੂੰ ਕਹਿ ਜਾਂਦੇ ਆ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਆ। ਗੁਰੂ ਪਾਤਸ਼ਾਹ ਨੇ ਆਪ ਜਿਉਂਦੇ ਜੀ ਮੱਥਾ ਟੇਕ ਦਿੱਤਾ। ਮੈਂ ਉਦਣ ਵੀ ਸੰਗਤ ਜੀ ਗੱਲ ਆਖਦਾ ਹੁੰਦਾ ਕਈ ਵਾਰੀ ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਵਿੱਚੋਂ ਇੱਕ ਬੜੀ ਪਿਆਰੀ ਚੀਜ਼ ਕਮਾਲ ਦੀ ਹੈ ਜੀ। ਸਤਿਗੁਰ ਨੇ ਲੋਕ ਲੱਜਿਆਂ ਦੀ ਪਰਵਾਹ ਨਹੀਂ ਕੀਤੀ। ਸਾਡਾ ਤਾਂ ਅੱਧਾ ਜੀਵਨ ਇਸ ਗੱਲ ਕਰਕੇ ਹੀ ਲੰਘ ਜਾਂਦਾ ਹੈ ਜੀ, ਲੋਕ ਮੇਰੇ ਬਾਰੇ ਕੀ ਕਹਿਣਗੇ ਜੀ ਮੈਂ ਆਹ ਕੰਮ ਕਰਦਾ, ਲੋਕ ਕੀ ਸੋਚਣਗੇ ਜੀ। ਅੱਜ ਤੱਕ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਇਆ ਜੀ ਨੌ ਆਪਣੇ ਸਹੁਰੇ ਨੂੰ ਮੱਥਾ ਟੇਕੇ, ਇਹ ਸਾਰੇ ਪਾਸੇ ਹੁੰਦਾ ਹੈ ਜੀ, ਪਰ ਸਹੁਰਾ ਆਪਣੇ ਨੌ ਦੇ ਪੈਰੀ ਹੱਥ ਲਾਵੇ ਇਹ ਤੁਸੀਂ ਕਦੇ ਨਹੀਂ ਦੇਖਿਆ ਹੋਣਾ। ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਬੀਬੀ ਅਮਰੋ ਦੇ ਪੈਰੀ ਹੱਥ ਲਾਉਂਦੇ ਆ ਜਿੱਦਣ ਸ਼ਬਦ ਸੁਣਦੇ ਆ, ਕਾਇਆ ਆਰਨ ਮਨ ਵਿੱਚ ਲੋਹਾ, ਪੰਜ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋਂ ਨਾਨਕ ਤ੍ਰਿਸਸ ਦੇਹਾ। ਆਪਣੀ ਨੌ ਦੇ ਪੈਰੀ ਹੱਥ ਲਾਏ ਕਿ ਮੈਨੂੰ ਲੈ ਕੇ ਚੱਲ, ਜਿਹਦੀ ਤੂੰ ਇਹ ਬਾਣੀ ਪੜ੍ਹੀ, ਇਸ ਬਾਣੀ ਨੇ ਅੰਦਰ ਨੂੰ ਬੜਾ ਸਕੂਨ ਦਿੱਤਾ ਆ। ਤੇ ਬੀਬੀ ਅਮਰੋ ਨੇ ਕਿਹਾ ਸੀ ਇਹ ਬਾਣੀ ਬਾਬੇ ਨਾਨਕ ਦੀ ਹੈ, ਪਰ ਬਾਬੇ ਨਾਨਕ ਨੇ ਸਰੀਰਕ ਚੋਲਾ ਤਿਆਗ ਦਿੱਤਾ, ਉਹਨਾਂ ਦੀ ਥਾਂ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਬੈਠੇ ਆ। ਮੇਰਾ ਕਹਿਣ ਦਾ ਭਾਵ ਲੋਕ ਲੱਜੀਆਂ ਨੂੰ ਤਿਆਗਿਆ, ਆਪਣੀ ਨੌ ਦੇ ਪੈਰੀ ਹੱਥ ਲਾ ਦਿੱਤੇ। ਤਾਂ ਜਿੱਦਣ ਗੱਦੀ ਆਪਣੇ ਜਵਾਈ ਬਾਬੇ ਜੇਠੇ ਨੂੰ ਦਿੱਤੀ, ਜਿੱਦਣ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਣੇ, ਉਦਣ ਯਾਦ ਰੱਖਿਓ ਬਜ਼ੁਰਗ ਧੰਨ ਗੁਰੂ ਅਮਰਦਾਸ ਪਾਤਸ਼ਾਹ, ਇੱਕ ਤਾਂ ਉਮਰ ਵਡੇਰੀ ਤੇ ਦੂਜਾ ਰਿਸ਼ਤੇ ਦੇ ਵਿੱਚ ਜਵਾਈ ਸਾਹਮਣੇ ਆ ਤੇ ਆਪ ਸਹੁਰਾ ਆ। ਤੇ ਉਸ ਦਿਨ ਵੀ ਲੋਕਾਂ ਦੀ ਇਹ ਗੱਲ ਨੂੰ ਪਰਾਂ ਰੱਖ ਕੇ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ, ਕੀ ਗੱਲਾਂ ਕਰਨਗੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਜਵਾਈ ਦੇ ਪੈਰੀ ਹੱਥ ਲਾ ਕੇ ਕਿ ਅੱਜ ਤੋਂ ਬਾਅਦ ਤੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ, ਮੈਂ ਤੇਰਾ ਸਿੱਖ। ਇਹ ਜਿਉਂਦੇ ਜੀ ਉੱਥੇ ਭਾਣਾ ਵਾਪਰਿਆ ਜੀ, ਜਿਉਂਦੇ ਜੀ ਇਤਿਹਾਸ ਵਾਪਰਿਆ ਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ, ਸੁਣੋ ਨਾ, ਪੜ੍ਹੋ ਪੰਕਤੀ, ਕਹਿੰਦੇ ਸਤਿਗੁਰੂ ਪ੍ਰਤੱਖ ਹੁੰਦਾ। ਸਤਿਗੁਰ ਨੇ ਪ੍ਰਤੱਖ ਹੋ ਕੇ ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ, ਬਹਿਰਾਜ ਆਪ ਟਿਕਾਇਆ। ਧੰਨ ਗੁਰੂ ਨਾਨਕ ਬਾਬੇ ਦਾ ਰਾਜ ਦਾ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਣਾਇਆ। ਤੇ ਸਤਿਗੁਰ ਕਹਿੰਦੇ ਸਭ ਸਿੱਖ ਬੰਦਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਕਹਿੰਦੇ ਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਆਪ ਮੱਥਾ ਟੇਕਿਆ, ਫਿਰ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੇ, ਫਿਰ ਬਾਬਾ ਬੁੱਢਾ ਜੀ ਦੇ ਬਾਅਦ ਸਾਰੀ ਸੰਗਤ ਨੇ, ਫਿਰ ਪੁੱਤਰਾਂ ਨੇ, ਰਿਸ਼ਤੇਦਾਰਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕ ਦਿੱਤਾ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਆ। ਇਹ ਸਤਿਗੁਰ ਆਪਣੇ ਅਖੀਰ ਦੇ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਇਹ ਗੱਲਾਂ ਕੀਤੀਆਂ ਜਿੱਥੇ ਕਿ ਮੇਰੇ ਬਾਅਦ ਭਾਈ ਰੋਣਾ ਨਹੀਂ ਹੈ, ਤੁਸੀਂ ਜਾਣਾ ਸਾਰਿਆਂ ਨੇ ਸਰੀਰ ਛੱਡ ਕੇ। ਇੱਕ ਨਾ ਇੱਕ ਦਿਨ ਸਤਿਗੁਰੂ ਬਾਬਾ ਫਰੀਦ ਨੇ ਆਖਿਆ ਨਾ ਜੀ, ਤੁਸੀਂ 100 ਸਾਲ ਦੀ ਉਮਰ ਵਿੱਚ ਜੀ ਲਓ ਜੀ, ਪਰ ਫਿਰ ਵੀ ਇੱਥੋਂ ਜਾਣਾ ਪੈਣਾ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਭੀ ਤਨ ਹੋਸੀ,
ਖੇ ਇੱਥੋਂ ਜਾਣਾ ਪੈਣਾ ਆ, ਇੱਥੇ ਕਿਸੇ ਨੇ ਨਹੀਂ ਟਿਕਾਣਾ ਕਰਨਾ ਜੀ। ਸਤਿਗੁਰ ਕਹਿੰਦੇ ਜਦੋਂ ਪਤਾ ਕਿ 100 ਸਾਲ ਦਾ ਹੋ ਕੇ ਵੀ ਮਰਨਾ ਆ, ਫਿਰ ਰੋਣਾ ਕਿਹੜੀ ਗੱਲ ਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਰੋਣਾ ਨਹੀਂ, ਸਤਿਗੁਰ ਨੇ ਪ੍ਰਤੱਖ ਹੁੰਦੇ ਆਖਿਆ ਗੁਰਬਾਣੀ ਦੇ ਨਾਲ ਜੁੜਨਾ ਆ, ਸਤਿਗੁਰ ਦਾ ਸ਼ੁਕਰਾਨਾ ਕਰਨਾ। ਕਿਉਂ? ਕਿਉਂਕਿ ਰੱਬ ਦੇ ਘਰ ਵਿੱਚ ਮੈਨੂੰ ਸਰੋਪਾ ਪੈਣਾ ਆ, ਮੈਂ ਜੀਵਨ ਦੀ ਬਾਜੀ ਜਿੱਤ ਕੇ ਚੱਲਿਆ ਆ। ਸਤਿਗੁਰ ਨੇ ਪ੍ਰਤੱਖ ਹੁੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾਇਆ ਜੀ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੱਥਾ ਟੇਕ ਕੇ ਆਖਿਆ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਸਿੱਖ ਹਾਂ। ਤੇ ਸਤਿਗੁਰ ਜੀ ਦੇ ਪਿੱਛੇ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਦੇ ਪਿੱਛੇ ਫਿਰ ਸਾਰੀ ਸੰਗਤ ਨੇ ਮੱਥਾ ਟੇਕਿਆ। ਉੱਥੇ ਭਾਣਾ ਹੁਣ ਵਾਪਰ ਰਿਹਾ, ਹੁਣ ਸਮਾਂ ਥੋੜ੍ਹਾ ਜਿਹਾ ਹੋਰ ਰਹਿ ਗਿਆ ਆ। ਸਤਿਗੁਰ ਨੇ ਇੱਥੇ ਬਾਬਾ ਸੁੰਦਰ ਜੀ ਨੇ ਚੌਥੇ ਬੰਦ ਦੀ ਜਿਹੜੀ ਵਿਚਾਰ ਆ ਸਮਾਪਤ ਕਰ ਦਿੱਤੀ ਹੈ ਜੀ। ਕੱਲ੍ਹ ਆਪਾਂ ਗੱਲ ਕਰਾਂਗੇ ਜੀ ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿੱਛਾ ਕੀਰਤਨ ਕਰਿਓ ਨਿਰਵਾਣ ਜੀਗੋ, ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜੇ ਪੁਰਾਣ ਜੀਓ। ਇਹ ਦੋ ਸ਼ਬਦ ਬੜੇ ਗੁਲਝਣਦਾਰ ਨੇ ਜੀ। ਇਹਦੇ ਮਾਫ ਕਰੋ ਮੇਰੇ ਵਰਗੇ ਅਗਿਆਨੀ ਬੰਦੇ ਬੜੇ ਗਲਤ ਅਰਥ ਕਰ ਦਿੰਦੇ ਆ ਕਿ ਸਤਿਗੁਰ ਨੇ ਸ਼ਾਇਦ ਕੋਈ ਕੇਸੋ ਪੰਡਤ ਨੂੰ ਸੱਦਣ ਦੀ ਗੱਲ ਕੀਤੀ ਹੈ ਜਾਂ ਕਥਾ ਪੁਰਾਣ ਦੀ ਗੱਲ ਕੀਤੀ, ਕਿਉਂਕਿ ਮਰਨ ਤੋਂ ਬਾਅਦ ਪੁਰਾਣ ਦੀ ਕਥਾ ਕਰਦੇ ਆ ਜੀ ਇੱਥੇ। ਪਰ ਪੁਰਾਣ ਦੇ ਅਰਥ ਤੇ ਇੱਥੇ ਕੇਸੋ ਗੋਪਾਲ ਪੰਡਤ ਦੇ ਅਰਥ ਕੀ ਨੇ, ਇਹ ਆਪਾਂ ਕੱਲ੍ਹ ਗੱਲ ਕਰਾਂਗੇ। ਮਾਲਕ ਨੇ ਕਿਵੇਂ ਸਾਰਾ ਕੁਝ ਦੱਸਣਾ ਆ ਕਿ ਕਿਵੇਂ ਤੁਸੀਂ ਕੀਰਤਨ ਕਰਨਾ, ਕਿਵੇਂ ਤੁਸੀਂ ਕਥਾ ਕਰਾਉਣੀ ਹੈ, ਕੀ ਜੋ ਅਸੀਂ ਕਰਮਕਾਂਡ ਕਰਦੇ, ਕਿਹੜਾ ਦੀਵਾ ਬਾਲਣਾ ਆ, ਕਿੱਥੇ ਮੇਰੇ ਫੁੱਲ ਪਾ ਕੇ ਆਉਣੇ ਆ। ਆ ਤਾਂ ਰੌਲਾ ਇਸੇ ਗੱਲ ਦਾ ਹੈ ਨਾ ਜੀ, ਇਹ ਕੀਰਤਪੁਰ ਸਾਹਿਬ ਜਾਣਾ ਕਿ ਹਰਿਦੁਆਰ ਜਾਣਾ ਆ, ਅਸੀਂ ਇੱਥੋਂ ਹੀ ਨਹੀਂ ਨਿਕਲ ਰਹੇ ਜੀ। ਪਰ ਸਾਨੂੰ ਸਤਿਗੁਰ ਸਾਰਾ ਕੱਲ੍ਹ ਦੱਸ ਕੇ ਜਾਣਗੇ ਕਿ ਮੇਰੇ ਫੁੱਲ ਤੁਸੀਂ ਕਿੱਥੇ ਪਾਉਣੇ ਆ, ਮੇਰੇ ਜਾਣ ਤੋਂ ਬਾਅਦ ਦੀਵਾ ਕਿਹੜਾ ਬਾਲਣਾ ਆ। ਅੱਜ ਦੀਵੇ ਬਾਲਣੇ ਪੈਂਦੇ ਆ ਜੀ, ਉਸ ਤੋਂ ਬਾਅਦ ਹੋਰ ਕਰਮ ਕਾਂਡ ਕਿ ਕਿਹੜਾ ਬਿਸਤਰਾ ਦੇਣਾ, ਕਿਹੜਾ ਥਾਲ ਦੇਣੀ ਹੈ, ਕਿਹੜੀ ਕੋਲੀ ਦੇਣੀ ਹੈ, ਤੇ ਕਿਹੜੀ ਮੇਰੇ ਜਾਣ ਤੋਂ ਬਾਅਦ ਅਰਦਾਸ ਕਰਨੀ ਹੈ। ਇਹ ਗੁਰਬਾਣੀ ਦੇ ਬਚਨ ਨੇ ਜੀ। ਗੁਰਬਾਣੀ ਨੇ ਕੱਲੇ ਕਰਮ ਕਾਂਡ ਨੂੰ ਖੰਡਨ ਕਰ ਦਿੱਤਾ ਆ। ਪਰ ਮੈਂ ਇਹ ਗੱਲ ਕਹਿਣ ਤੇ ਕਦੇ ਗੁਰੇਜ਼ ਨਹੀਂ ਕਰਦਾ ਜੀ ਕਿ ਜੋ ਗੁਰਬਾਣੀ ਨੇ ਕਿਹਾ ਅਸੀਂ ਉਹਨੂੰ ਬਹੁਤ ਘੱਟ ਲੋਕਾਂ ਨੇ ਮੰਨਿਆ। ਪਰ ਤੁਸੀਂ ਅੱਜ ਵੀ ਜੇ ਪੜ੍ਹ ਕੇ ਸੁਣ ਕੇ ਅਮਲ ਕਰ ਲਓਗੇ ਨਾ ਜੀ, ਸੋ ਗੁਰੂ ਮਾਲਕ ਸਾਡੇ ਤੇ ਜ਼ਰੂਰ ਖੁਸ਼ ਹੋਣਗੇ। ਸੋ 4 ਬੰਦ ਆਪਣੇ ਪੂਰੇ ਹੋ ਗਏ ਆ ਜੀ। ਕੱਲ੍ਹ 5ਵੇਂ ਬੰਦ ਦੀ ਆਪਾਂ ਵਿਆਖਿਆ ਕਰਨੀ ਆ, 2 ਬੰਦ ਰਹਿ ਗਏ ਜੀ, 5ਵਾਂ ਤੇ 6ਵਾਂ। ਤੇ ਦਿਨ ਆਪਾਂ ਕੋਲ 29, 30, 31 ਤੇ 1, 4 ਦਿਨ ਪਏ ਆ ਜੀ। ਸੋ ਦੋਨੇ ਬੰਦਾਂ ਦੇ ਵਿਚਾਰ ਆਪਾਂ 4 ਦਿਨਾਂ 'ਚ ਕਰਾਂਗੇ। ਦਾਤਾ ਕਿਰਪਾ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।